ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਝੁੜਵੀਆਂ ਖਬਰਾਂ। ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ। ਹੁਣ ਜਲਦ ਮਿਲਣਗੇ ਸਟੱਡੀ, ਟੂਰਿਸਟ ਅਤੇ ਸਪਾਊਸ ਵੀਜ਼ਾ। ਬਰਤਾਨੀਆ ਵੱਲੋਂ ਕਰੋਨਾ ਸੰਬੰਧੀ ਲਾਗੂ ਸਾਰੀਆਂ ਯਾਤਰਾ ਪਾਬੰਦੀਆਂ 18 ਤੋਂ ਖਤਮ ਕਰਨ ਦਾ ਐਲਾਨ। ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹੇ ਬਾਰਡਰ। ਪੁਤਿਨ ਦਾ ਪਲਟਵਾਰ। ਬਾਈਡਨ ਅਤੇ ਬਲਿੰਕਨ ਸਮੇਤ ਕਈ ਅਧਿਕਾਰੀਆਂ ਤੇ ਲਗਾਈ ਪਾਬੰਦੀ। ਜ਼ੈਲੈਂਸਕੀ ਅੱਜ ਅਮਰੀਕੀ ਸੰਸਦ ਵਿੱਚ ਕਰਨਗੇ ਮਦਦ ਦੀ ਅਪੀਲ। ਰੂਸ ਤੇ ਚੀਨ ਵੱਲ ਝੁਕਾਅ ਨੇ ਵਧਾਈ ਅਮਰੀਕਾ ਦੀ ਟੈਂਸ਼ਨ। ਚੀਨ ਨੂੰ ਅਮਰੀਕਾ ਨੇ ਕੀਤਾ ਖਬਰਦਾਰ, ਰੂਸ ਦੀ ਮਦਦ ਕੀਤੀ ਤਾਂ ਕਰ ਦਿਆਂਗੇ ਇਕੱਲੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਕੁਝ ਸਮੇਂ ਦੌਰਾਨ ਕੈਨੇਡਾ ਦਾ ਸਟੱਡੀ ਵੀਜ਼ਾ 3 ਤੋਂ 4 ਮਹੀਨਿਆਂ ਬਾਅਦ ਵੀ ਆਇਆ ਹੈ, ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ਵਿੱਚ ਗੈਪ ਪੈ ਗਿਆ ਤੇ ਬਹੁਤਿਆਂ ਦੀ ਆਈਲੈਟਸ ਦੀ ਵੈਲਿਡਿਟੀ ਖਤਮ ਹੋ ਗਈ। ਕੋਵਿਡ ਦੌਰਾਨ ਰਿਜ਼ਲਟ ਵਿੱਚ ਬਹੁਤ ਸਮਾਂ ਲੱਗਾ ਤੇ ਜਦੋਂ ਰਿਜ਼ਲਟ ਆਏ ਤਾਂ ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ। ਇਸ ਦੌਰਾਨ ਚੰਗੇ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਹੁਣ ਕੈਨੇਡਾ ਵਿੱਚ ਨਵੀਂ ਬੜੀ ਸਰਕਾਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲ ਖਾਸ ਧਿਆਨ ਦਿੱਤਾ ਹੈ। $500 ਮਿਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਖਰਚ ਕੀਤਾ ਗਿਆ। ਇਸ ਵਿੱਚ ਹੋਰ ਜ਼ਿਆਦਾ ਤੇਜ਼ੀ ਲਿਆਉਣ ਲਈ ਨਵੇਂ ਵਰਕਰਸ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਂ ਜੋ ਪਿਛਲੇ ਸਾਲ ਦੇ ਜਮ੍ਹਾਂ ਹੋਏ ਕੇਸਾਂ ਦਾ ਰਿਜ਼ਲਟ ਜਲਦੀ ਕੱਢਿਆ ਜਾਏ। ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਕੇਸ ਦਰ ਜਲਦ ਆਉਣੇ ਸ਼ੁਰੂ ਹੋ ਗਏ ਨੇ। ਜਿਹੜੇ ਵਿਦਿਆਰਥੀਆਂ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਉਹਨਾਂ ਕੋਲ ਆਪਣਾ ਕੇਸ ਦੁਬਾਰਾ ਅਪਲਾਈ ਕਰਨ ਦਾ ਮੌਕਾ ਹੈ। ਹੁਣ 90 ਲੱਗੇ ਕੇਸਾਂ ਦਾ ਰਿਜ਼ਲਟ ਬਹੁਤ ਹੀ ਜਲਦ ਆ ਰਿਹਾ ਤੇ ਨਤੀਜੇ ਸ਼ਾਨਦਾਰ ਆ ਰਹੇ ਨੇ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ 2020-21 ਪਾਸ ਨੇ, ਓਵਰਆਲ 6 ਅਤੇ 5 ਬੈਂਡ ਦੇ, ਉਹ ਆਸਟ੍ਰੇਲੀਆ ਦੇ ਅਗਲੇ ਟੇਕ ਲਈ ਅਪਲਾਈ ਕਰ ਸਕਦੇ ਨੇ। ਹੁਣ ਤੱਕ ਆਸਟ੍ਰੇਲੀਆ ਨੇ ਬਹੁਤ ਹੀ ਵਧੀਆ ਨਤੀਜੇ ਦਿੱਤੇ ਨੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾ ਕੇ 20 ਘੰਟੇ ਦੀ ਜਗ੍ਹਾ 40 ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਗ੍ਰੈਜੂਏਟ ਵਿਦਿਆਰਥੀ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਨੇ। ਬਰਤਾਨੀਆ 'ਚ ਕਰੋਨਾ ਸੰਬੰਧੀ ਲਾਗੂ ਸਾਰੀਆਂ ਯਾਤਰਾ ਪਾਬੰਦੀਆਂ ਖਤਮ ਕਰਨ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਗ੍ਰੇਟ ਸ਼ੈਂਪਸ ਨੇ ਕਿਹਾ ਕਿ ਯਾਤਰਾ ਪਾਬੰਦੀਆਂ 18 ਮਾਰਚ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਤੋਂ ਖਤਮ ਹੋ ਜਾਣਗੀਆਂ। ਇੰਗਲੈਂਡ ਦੀ ਯਾਤਰਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਪਹੁੰਚਣ ਤੋਂ ਪਹਿਲਾਂ ਇੱਕ ਯਾਤਰੀ ਲੋਕੇਟਰ ਫਾਰਮ ਭਰਨਾ ਪੈਂਦਾ ਸੀ। ਜਿਨ੍ਹਾਂ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ, ਉਹਨਾਂ ਨੂੰ ਰਵਾਨਗੀ ਤੋਂ ਪਹਿਲਾਂ ਕੋਵਿਡ ਟੈਸਟ ਕਰਵਾਉਣਾ, ਪਹੁੰਚਣ ਤੋਂ ਬਾਅਦ PCR ਟੈਸਟ ਕਰਨਾ ਅਤੇ ਟੈਸਟਾਂ ਲਈ ਖੁਦ ਭੁਗਤਾਨ ਕਰਨਾ ਪੈਂਦਾ ਸੀ। ਨਵੇਂ ਨਿਯਮ ਅਨੁਸਾਰ ਹੁਣ ਜਿਹੜੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ, ਉਹਨਾਂ ਨੂੰ UK ਦੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਵਿਡ ਟੈਸਟ ਨਹੀਂ ਕਰਵਾਉਣੇ ਪੈਣਗੇ ਅਤੇ ਨਾ ਹੀ ਕੋਈ ਲੋਕੇਟਰ ਫਾਰਮ ਭਰਨਾ ਜ਼ਰੂਰੀ ਹੋਏਗਾ। ਪਰ ਵਿਦੇਸ਼ ਦੀ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਅਜੇ ਵੀ ਦੂਜੇ ਦੇਸ਼ਾਂ ਦੇ ਦਾਖਲੇ ਨਿਯਮਾਂ ਤੋਂ ਜਾਣੂ ਹੋਣ ਦੀ ਲੋੜ ਹੋਏਗੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਤਬਦੀਲੀਆਂ ਸਾਡੇ ਟੀਕਾਕਰਨ ਕਾਰਨ ਸੰਭਵ ਹੋਈਆਂ ਨੇ ਅਤੇ ਇਸ ਨਾਲ ਹੁਣ ਈਸਟਰ ਸਮੇਂ ਲੋਕ ਵਧੇਰੇ ਆਜ਼ਾਦੀ ਨਾਲ ਛੁੱਟੀਆਂ ਮਨਾ ਸਕਣਗੇ। ਇਸ ਦੇ ਨਾਲ ਹੀ ਲੰਡਨ ਦੇ ਹੀਥਰੋ ਹਵਾਈ ਅੱਡੇ ਵੱਲੋਂ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਮਾਸਕ ਪਹਿਨਣ ਤੇ ਵੀ ਛੋਟ ਦੇ ਦਿੱਤੀ ਗਈ ਹੈ। ਬ੍ਰਿਟਿਸ਼ ਏਅਰਵੇਜ਼ ਅਤੇ ਵਰਜਨ ਏਅਰਲਾਈਨ ਨੇ ਉਕਤ ਫੈਸਲਿਆਂ ਦਾ ਸਵਾਗਤ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਹੋਰਾਂ ਦੇਸ਼ਾਂ ਦੇ ਨਿਯਮਾਂ ਅਨੁਸਾਰ ਉਹ ਵੀ ਚਿਹਰਾ ਢੱਕਣਾ ਲਾਜ਼ਮੀ ਨਿਯਮ ਤੋਂ ਛੋਟ ਦੇਣਗੇ। ਪ੍ਰਧਾਨ ਮੰਤਰੀ ਜਸਿੰਡਾ ਅਰਡਨ ਨੇ ਬੁੱਧਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਦੀ ਸਰਕਾਰ ਆਸਟ੍ਰੇਲੀਅਨ ਲੋਕਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਪਣੇ ਬਾਰਡਰ ਖੋਲ੍ਹਣ ਜਾ ਰਹੀ ਹੈ। ਸਰਕਾਰ ਆਸਟ੍ਰੇਲੀਅਨ ਸਕੂਲਾਂ ਦੀਆਂ ਛੁੱਟੀਆਂ ਲਈ ਸਮੇਂ ਸਿਰ ਸੈਲਾਨੀਆਂ ਲਈ ਸਰਹੱਦ ਖੋਲ੍ਹਣ ਦੀ ਤਰੀਕ ਅੱਗੇ ਲਿਆ ਰਹੀ ਹੈ, ਜਿਸ ਨਾਲ ਕੋਵਿਡ-19 ਤੋਂ ਆਰਥਿਕ ਰਿਕਵਰੀ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਅਰਡਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਰਾਤ 11:59 ਤੋਂ ਸਥਾਨਕ ਸਮੇਂ ਅਨੁਸਾਰ 12 ਅਪ੍ਰੈਲ ਨੂੰ ਆਸਟ੍ਰੇਲੀਆਈ ਲੋਕ ਨਿਊਜ਼ੀਲੈਂਡ ਦੀ ਇਕਾਂਤਵਾਸ ਮੁਕਤ ਯਾਤਰਾ ਕਰਨ ਦੇ ਯੋਗ ਹੋਣਗੇ ਅਤੇ ਫਿਰ 2.5 ਹਫ਼ਤਿਆਂ ਬਾਅਦ ਸਥਾਨਕ ਸਮੇਂ ਅਨੁਸਾਰ ਰਾਤ 11:59 ਵਜੇ ਤੋਂ 1 ਮਈ ਨੂੰ ਵੀਜ਼ਾ ਛੋਟ ਵਾਲੇ ਦੇਸ਼ ਜਿਵੇਂ ਕਿ ਬ੍ਰਿਟੇਨ, ਸੰਯੁਕਤ ਰਾਜ, ਜਾਪਾਨ, ਜਰਮਨੀ, ਦੱਖਣੀ ਕੋਰੀਆ ਅਤੇ ਸਿੰਗਾਪੁਰ ਦੇ ਟੀਕਾਕਰਨ ਵਾਲੇ ਯਾਤਰੀ ਅਤੇ ਵੈਧ ਵਿਜ਼ਟਰ ਵੀਜ਼ਾ ਵਾਲੇ ਲੋਕ ਯਾਤਰਾ ਕਰ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗਾਮੀ ਆਸਟ੍ਰੇਲੀਅਨ ਸਕੂਲਾਂ ਦੀਆਂ ਛੁੱਟੀਆਂ ਲਈ ਸਮੇਂ ਸਿਰ ਮੁੜ ਖੋਲ੍ਹਣ ਨਾਲ ਥੋੜੇ ਸਮੇਂ ਵਿੱਚ ਨਿਊਜ਼ੀਲੈਂਡ ਦੀ ਆਰਥਿਕ ਰਿਕਵਰੀ ਵਿੱਚ ਮਦਦ ਮਿਲੇਗੀ ਅਤੇ ਇਹ ਸਰਦੀਆਂ ਦੇ ਸਕੀ ਸੀਜ਼ਨ ਲਈ ਚੰਗੀ ਖਬਰ ਹੈ। ਅੰਕੜੇ ਦਿਖਾਉਂਦੇ ਨੇ ਕਿ ਟ੍ਰਾਂਸ-ਤਸਮਾਨ ਯਾਤਰੀਆਂ ਨੇ ਇਤਿਹਾਸਿਕ ਤੌਰ ਤੇ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਆਮਦ ਦਾ 40% ਹਿੱਸਾ ਬਣਾਇਆ ਹੈ। ਹਰ ਸਾਲ ਲਗਭਗ 1.5 ਮਿਲੀਅਨ ਆਸਟ੍ਰੇਲੀਅਨ ਆਉਂਦੇ ਨੇ। यूक्रेन रूस लड़ाई विच पश्चिमी देशों वालों लगातार रूस ते पाबंदियां लगाईयां जा रही ने। रूस ने भी अमेरिकी राष्ट्रपति जो बाइडन, विदेश मंत्री एंटनी ब्लिंकन,
NSA ਤੇ CA ਚੀਫ ਸਮੇਤ 13 ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ ਮੰਗਲਵਾਰ ਨੂੰ ਫਿਰ ਰੂਸ ਦਾ ਸਹਿਯੋਗ ਕਰਨ ਤੇ ਬੈਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ, ਉਹਨਾਂ ਦੀ ਪਤਨੀ ਤੇ ਰੂਸ ਦੇ 8 ਰੱਖਿਆ ਮੰਤਰੀਆਂ ਤੋਂ ਇਲਾਵਾ ਨੈਸ਼ਨਲ ਗਾਰਡ ਦੇ ਨਿਰਦੇਸ਼ਕ ਵਿਕਟਰ ਜ਼ੋਲਟੋਵ, ਫੌਜੀ ਤਕਨੀਕੀ ਸਹਿਯੋਗ ਦੇ ਨਿਰਦੇਸ਼ਕ ਦਿਮਿਤਰੀ ਸ਼ੂਗੇਵ ਤੇ ਰੋਸਬੋਰੋਨ ਐਕਸਪੋਰਟ ਦੇ ਮਹਾਨਿਰਦੇਸ਼ਕ ਅਲੈਗਜ਼ੈਂਡਰ ਮਿਖੇਵ ਤੇ ਪਾਬੰਦੀਆਂ ਲਾ ਦਿੱਤੀਆਂ ਨੇ। ਉੱਥੇ ਹੀ ਬ੍ਰਿਟੇਨ ਨੇ ਰੂਸ 350 ਤੇ ਜਾਪਾਨ ਨੇ 17 ਰੂਸ ਨਾਗਰਿਕਾਂ ਤੇ ਪਾਬੰਦੀ ਲਗਾ ਦਿੱਤੀ ਹੈ। ਯੂਰਪੀ ਸੰਘ ਨੇ ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਸਜ਼ਾ ਦੇ ਤੌਰ ਤੇ ਉਸ ਖਿਲਾਫ ਚੌਥੀ ਵਾਰ ਪਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ। EU ਦੀ ਪ੍ਰਧਾਨਗੀ ਕਰ ਰਹੇ ਫਰਾਂਸ ਨੇ ਕਿਹਾ ਕਿ EU ਨੇ ਰੂਸ ਲਈ ਸਭ ਤੋਂ ਪਸੰਦੀਦਾ ਰਾਸ਼ਟਰ ਦੇ ਅਹੁਦੇ ਸੰਬੰਧੀ ਅਰਜ਼ੀ ਨੂੰ ਖਾਰਜ ਕਰਨ ਤੇ ਵਿਸ਼ਵ ਵਪਾਰ ਸੰਗਠਨ ਵਿੱਚ ਦਾਖਲੇ ਲਈ ਬੇਲਾਰੂਸ ਦੇ ਅਰਜ਼ੀ ਦੀ ਜਾਂਚ ਨੂੰ ਬੰਦ ਕਰਨ ਸੰਬੰਧੀ WTO ਦੇ ਐਲਾਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਤਾਂ ਕੰਪਨੀਆਂ ਨੂੰ ਬਲੌਕ ਵਿੱਚ ਵਿਸ਼ੇਸ਼ ਤਵੱਜੋ ਨਹੀਂ ਮਿਲੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਬੁੱਧਵਾਰ ਨੂੰ ਅਮਰੀਕੀ ਸੰਸਦ ਨੂੰ ਸੰਬੋਧਨ ਕਰਨਗੇ। ਜ਼ੈਲੈਂਸਕੀ ਦੇ ਸੰਬੋਧਨ ਨੂੰ US ਕੈਪੀਟਲ ਵਿੱਚ ਲਾਈਵ ਪ੍ਰਸਾਰਿਤ ਕੀਤਾ ਜਾਏਗਾ, ਜੋ ਰੂਸ ਨੂੰ ਰੋਕਣ ਲਈ ਉਹਨਾਂ ਦੀ ਲੜਾਈ ਵਿੱਚ ਇੱਕ ਵਿਲੱਖਣ ਰਣਨੀਤੀ ਵਿੱਚ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਨੇ ਪਿਛਲੇ ਹਫ਼ਤੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਦੌਰਾਨ ਵਿੰਸਟਨ ਚਰਚਿਲ ਅਤੇ ਹੈਮਲੇਟ ਦਾ ਜ਼ਿਕਰ ਕੀਤਾ। ਉਹਨਾਂ ਨੇ ਮੰਗਲਵਾਰ ਨੂੰ ਕੈਨੇਡਾ ਦੀ ਸੰਸਦ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਡੀਅਰ ਜਸਟਿਨ ਕਹਿ ਕੇ ਸੰਬੋਧਨ ਕਰਦਿਆਂ ਅਪੀਲ ਕੀਤੀ ਸੀ। ਪੁਰਤਗਾਲ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਯੂਰਪੀ ਦੇਸ਼ਾਂ ਨੂੰ ਜ਼ੈਲੈਂਸਕੀ ਦੇ ਸੰਬੋਧਨ ਬਾਰੇ ਕਿਹਾ ਕਿ ਉਹ ਅਜਿਹੇ ਵਿਅਕਤੀ ਹਨ ਜੋ ਮੁਸ਼ਕਲ ਹਾਲਾਤ ਵਿੱਚ ਸੰਜਮ ਬਣਾਈ ਰੱਖਦੇ ਹੋਏ ਅਗਵਾਈ ਕਰਨ ਦੀ ਸਮਰੱਥਾ ਦਿਖਾ ਰਹੇ ਨੇ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਰੇ ਨੇਤਾਵਾਂ ਤੇ ਬਹੁਤ ਪ੍ਰਭਾਵ ਪਾਇਆ ਹੈ। ਯੁੱਧ ਤੋਂ 3 ਹਫ਼ਤਿਆਂ ਬਾਅਦ ਜ਼ੈਲੈਂਸਕੀ ਨੇ ਵਿਸ਼ਵ ਵਿਆਪੀ ਧਿਆਨ ਖਿੱਚਣ ਲਈ ਆਪਣੀ ਜਨਤਕ ਮੁਹਿੰਮ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਕੀਵ ਵਿੱਚ ਅਣਜਾਣ ਸਥਾਨਾਂ ਤੋਂ ਕਈ ਵਾਰ ਵੀਡੀਓ ਸੰਦੇਸ਼ ਜਾਰੀ ਕੀਤੇ ਜੋ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚੇ। ਜਦੋਂ ਜ਼ੈਲੈਂਸਕੀ ਅਮਰੀਕੀ ਸੰਸਦ ਨੂੰ ਸੰਬੋਧਨ ਕਰਨਗੇ ਤਾਂ ਉਹਨਾਂ ਦਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਅਸਹਿਜ ਸਥਿਤੀ ਵਿੱਚ ਪਾ ਸਕਦਾ ਹੈ, ਜਿਨ੍ਹਾਂ ਨੇ ਨੋ ਫਲਾਈ ਜ਼ੋਨ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਜ਼ੈਲੈਂਸਕੀ ਜੰਗ ਦੇ ਸ਼ੁਰੂ ਹੋਣ ਤੋਂ ਅਪੀਲ ਕਰਦੇ ਰਹੇ ਨੇ। ਜ਼ੈਲੈਂਸਕੀ ਚਾਹੁੰਦੇ ਨੇ ਕਿ ਰੂਸੀ ਹਵਾਈ ਹਮਲੇ ਨੂੰ ਰੋਕਣ ਲਈ ਪੱਛਮੀ ਦੇਸ਼ ਆਪਣਾ ਹਵਾਈ ਖੇਤਰ ਬੰਦ ਕਰ ਦੇਣ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਨੂੰ ਉਹਨਾਂ ਸਾਰੇ ਫੈਸਲਿਆਂ ਬਾਰੇ ਦੇਖਣਾ ਹੋਏਗਾ ਜੋ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ਅਤੇ ਵਿਸ਼ਵ ਸੁਰੱਖਿਆ ਹਿੱਤਾਂ ਦੇ ਮੱਦੇਨਜ਼ਰ ਲੈ ਗਏ। ਉਹਨਾਂ ਦਾ ਅਜੇ ਵੀ ਮੰਨਣਾ ਹੈ ਕਿ ਨੋ ਫਲਾਈ ਜ਼ੋਨ ਤਣਾਅ ਨੂੰ ਵਧਾ ਸਕਦਾ ਹੈ ਅਤੇ ਇਸ ਨਾਲ ਰੂਸ ਨਾਲ ਯੁੱਧ ਸ਼ੁਰੂ ਹੋ ਸਕਦਾ ਹੈ। ਜ਼ੈਲੈਂਸਕੀ ਦੇ ਸਪੇਨ ਦੀ ਸੰਸਦ ਨੂੰ ਵੀ ਸੰਬੋਧਨ ਕਰਨ ਦੀ ਉਮੀਦ ਹੈ। ਸਪੇਨ ਦੀ ਸੰਸਦ ਦੇ ਸਪੀਕਰ ਨੇ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਨੂੰ ਵੀਡੀਓ ਲਿੰਕ ਰਾਹੀਂ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਨ ਸੁਲਬਿਨ ਨੇ ਰੋਮ ਵਿੱਚ ਚੀਨ ਦੇ ਆਪਣੇ ਹਮਰੁਤਬਾयांग ਨਾਲ ਮੁਲਾਕਾਤ ਕੀਤੀ ਤੇ ਦੋ-ਪੱਖੀ ਸੰਬੰਧਾਂ ਤੇ ਯੂਕਰੇਨ ਦੇ ਖਿਲਾਫ ਰੂਸ ਤੇ ਜੰਗ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ। ਵਾਈਟ ਹਾਊਸ ਨੇ ਦੱਸਿਆ ਕਿ ਕੁਆਡ ਸਿਖਰ ਸੰਮੇਲਨ ਦੇ 2 ਹਫ਼ਤੇ ਬਾਅਦ ਮੌਜੂਦਾ ਯੂਕਰੇਨੀ ਸੰਕਟ ਦੇ ਦਰਮਿਆਨ ਦੋਵੇਂ ਅਧਿਕਾਰੀਆਂ ਦਰਮਿਆਨ ਮੁਲਾਕਾਤ ਹੋਈ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਮੌਜੂਦਾ ਹਾਲਾਤ ਵਿੱਚ ਰੂਸ ਦੇ ਚੀਨ ਪ੍ਰਤੀ ਝੁਕਾਅ ਨੂੰ ਲੈ ਕੇ ਅਸੀਂ ਬੇਹੱਦ ਫਿਕਰਮੰਦ ਹਾਂ। ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਉਹਨਾਂ ਚਿੰਤਾਵਾਂ ਤੇ ਕੁਝ ਕਦਮਾਂ ਦੇ ਸੰਭਾਵੀ ਪ੍ਰਭਾਵ ਦੇ ਬਾਰੇ ਪ੍ਰਤੱਖ ਤੌਰ ਤੇ ਗੱਲਬਾਤ ਕੀਤੀ। ਇਹ ਪਹਿਲਾਂ ਤੋਂ ਨਿਰਧਾਰਤ ਬੈਠਕ ਰੋਮ ਵਿੱਚ 7 ਘੰਟਿਆਂ ਤੱਕ ਚੱਲੀ। ਅਧਿਕਾਰੀ ਨੇ ਕਿਹਾ ਕਿ ਬੈਠਕ 'ਚ ਕਈ ਮੁੱਦਿਆਂ ਤੇ ਡੂੰਘੀ ਚਰਚਾ ਹੋਈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਦੇ ਦੌਰਾਨ ਸੁਲਬਿਨ ਨੇ यांग ਜੀਏਚੀ ਨੂੰ ਅਮਰੀਕਾ ਤੇ ਉਸਦੇ ਸਹਿਯੋਗੀ ਅਤੇ ਭਾਗੀਦਾਰਾਂ ਦੀ ਏਕਤਾ, ਖਾਸ ਕਰਕੇ ਯੂਰਪ ਤੇ ਨਾਟੋ ਸਹਿਯੋਗੀਆਂ ਦੇ ਨਾਲ ਤਾਲਮੇਲ ਤੇ ਰੂਸ ਦੇ ਖਿਲਾਫ ਕਾਰਵਾਈ ਦੇ ਲਈ ਏਸ਼ੀਆ ਪ੍ਰਸ਼ਾਂਤ ਸਹਿਯੋਗੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਹੈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਦੌਰਾਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਚੀਨ ਦੇ ਸਿਖਰ ਲਈ ਸਫਰਾਤਕਾਰ यांग ਜੀਏਚੀ ਨਾਲ ਰਾਜਧਾਨੀ ਰੋਮ ਵਿੱਚ ਬੈਠਕ ਕੀਤੀ। ਕਰੀਬ 7 ਘੰਟੇ ਚੱਲੀ ਇਸ ਬੈਠਕ ਵਿੱਚ ਸੁਲੀਵਾਨ ਨੇ ਰੂਸ ਨਾਲ ਚੀਨ ਦੇ ਗੱਠਜੋੜ ਤੇ ਚਿੰਤਾ ਪ੍ਰਗਟਾਈ। ਨਾਲ ਹੀ ਯੂਕਰੇਨ ਜੰਗ ਵਿੱਚ ਰੂਸ ਦੀ ਮਦਦ ਕਰਨ ਤੇ ਮਾੜੇ ਨਤੀਜੇ ਭੁਗਤਣ ਤੇ ਇਕੱਲੇ ਪਾ ਜਾਣ ਦੀ ਚੇਤਾਵਨੀ ਦਿੱਤੀ। ਬਰਤਾਨੀਆ ਨੇ ਵੀ ਚੀਨ ਨੂੰ ਕਿਹਾ ਕਿ ਉਸ ਨੂੰ ਯੂਕਰੇਨ ਜੰਗ ਵਿੱਚ ਰੂਸ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ। ਇੱਧਰ ਚੀਨੀ ਵਿਦੇਸ਼ ਮੰਤਰਾਲਾ ਨੇ ਰੂਸ ਵੱਲੋਂ ਚੀਨ ਨੂੰ ਹਥਿਆਰ ਤੇ ਆਰਥਿਕ ਮਦਦ ਮੰਗਣ ਦੀ ਖਬਰ ਨੂੰ ਅਮਰੀਕਾ ਦਾ ਕੂੜ ਪ੍ਰਚਾਰ ਦੱਸਿਆ। ਕਿਹਾ ਕਿ ਰੂਸ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ। ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਨੇ ਵੀ ਸਾਫ਼ ਕੀਤਾ ਹੈ ਕਿ ਉਸਨੇ ਚੀਨ ਤੋਂ ਕੋਈ ਹੋਰ ਮਦਦ ਨਹੀਂ ਮੰਗੀ। ਅਮਰੀਕੀ NSA ਤੇ ਚੀਨੀ ਸਫਰਾਤਕਾਰ ਦੀ ਮੁਲਾਕਾਤ ਤੋਂ ਬਾਅਦ ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਦੱਸਿਆ
ਕਿ ਸੁਲੀਵਾਨ ਨੇ ਅਮਰੀਕਾ ਤੇ ਚੀਨ ਸੰਬੰਧਾਂ ਨਾਲ ਜੁੜੇ ਕਈ ਮੁੱਦੇ ਉਠਾਏ ਨੇ। ਉਹਨਾਂ ਨੇ ਯੂਕਰੇਨ ਖਿਲਾਫ ਰੂਸ ਦੇ ਹਮਲੇ ਤੇ ਵੀ ਚਰਚਾ ਕੀਤੀ ਹੈ। ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਰੂਸ ਨਾਲ ਚੀਨ ਦੇ ਸੰਬੰਧਾਂ ਬਾਰੇ ਬਹੁਤ ਚਿੰਤਤ ਹਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਹ ਕਿਹਾ ਗਿਆ ਸੀ ਕਿ ਉਹ ਚੀਨ ਨੂੰ ਇਹਨਾਂ ਚਿੰਤਾਵਾਂ ਤੋਂ ਜਾਣੂ ਕਰਵਾਏ ਤੇ ਮਾੜੇ ਨਤੀਜੇ ਭੁਗਤਣ ਦਾ ਸੰਦੇਸ਼ ਵੀ ਦੇਵੇ। ਯੂਕਰੇਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੇ ਯੂਰਪੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਖਤਰਿਆਂ ਦੇ ਮੱਦੇਨਜ਼ਰ ਅਮਰੀਕੀ ਮਹਾਦੀਪ ਦੀ ਰੱਖਿਆ ਬਾਰੇ ਆਪਣੀ ਸੋਚ ਵਿੱਚ ਇਤਿਹਾਸਿਕ ਬਦਲਾਅ ਲਿਆ ਸਕਦਾ ਹੈ। ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਪੁਤਿਨ ਕਿਸ ਹੱਦ ਤੱਕ ਚਾਹੁੰਦੇ ਨੇ, ਪਰ ਯੂਰਪ ਵਿੱਚ ਅਮਰੀਕੀ ਫੌਜੀਆਂ ਦਾ ਅਜਿਹਾ ਇਕੱਠ ਹੋ ਸਕਦਾ ਹੈ ਜਿਵੇਂ ਜੰਗ ਤੋਂ ਬਾਅਦ ਹੁਣ ਤੱਕ ਨਹੀਂ ਹੋਇਆ। ਯੂਰਪ ਵਿੱਚ ਅਮਰੀਕੀ ਫੌਜ ਦੀ ਹਾਜ਼ਰੀ ਵਿੱਚ ਸਿਰਫ 2 ਸਾਲ ਪਹਿਲਾਂ ਦੇ ਮੁਕਾਬਲੇ 'ਚ ਜ਼ਿਕਰਯੋਗ ਬਦਲਾਅ ਹੋਇਆ। ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2020 ਵਿੱਚ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਜਰਮਨੀ ਤੋਂ ਬੁਲਾਉਣ ਦਾ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਯੂਰਪੀ ਸਹਿਯੋਗੀ ਇਸ ਦੇ ਪਾਤਰ ਨਹੀਂ ਹਨ। ਹਾਲਾਂਕਿ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਗ੍ਰਹਿਣ ਤੋਂ ਕਰਨ ਤੋਂ ਕੁਝ ਦਿਨ ਬਾਅਦ ਹੀ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਪਹਿਲਾਂ ਹੀ ਉਸ ਤੇ ਰੋਕ ਲਗਾ ਦਿੱਤੀ ਸੀ। ਉਹਨਾਂ ਦੇ ਪ੍ਰਸ਼ਾਸਨ ਨੇ ਚੀਨ ਨੂੰ ਅਮਰੀਕੀ ਸੁਰੱਖਿਆ ਲਈ ਪ੍ਰਮੁੱਖ ਖਤਰਾ ਦੱਸਦੇ ਹੋਏ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ ਦੇ ਮਹੱਤਵ ਤੇ ਬਲ ਦਿੱਤਾ ਸੀ। ਰੂਸ ਵਿੱਚ ਅਮਰੀਕੀ ਸਾਬਕਾ ਰਾਜਦੂਤ ਤੇ ਨਾਟੋ ਦੇ ਸਾਬਕਾ ਉੱਪਰ ਜਨਰਲ ਸਕੱਤਰ ਰਹੇ ਅਲੈਗਜ਼ੈਂਡਰ ਨੇ ਕਿਹਾ ਕਿ ਅਸੀਂ ਰੂਸ ਨਾਲ ਨਿਰੰਤਰ ਟਕਰਾਅ ਲਈ ਨਵੇਂ ਯੁੱਗ ਵਿੱਚ ਹਾਂ। ਉਹਨਾਂ ਦੀ ਦਲੀਲ ਹੈ ਕਿ ਰੂਸ ਨਾਲ ਨਜਿੱਠਣ ਲਈ ਅਮਰੀਕਾ ਨੂੰ ਨਾਟੋ ਸਹਿਯੋਗੀਆਂ ਦੀ ਮਦਦ ਤੋਂ ਵੱਧ ਮਜ਼ਬੂਤ ਰੁਖ ਸਥਾਪਿਤ ਕਰਨਾ ਪਏਗਾ, ਵਿਸ਼ੇਸ਼ ਤੌਰ ਤੇ ਪੂਰਬੀ ਯੂਰਪ ਵਿੱਚ ਜਿੱਥੇ ਰੂਸ ਦੀ ਨੇੜਤਾ ਉਹਨਾਂ 3 ਬਾਲਟਿਕ ਰਾਸ਼ਟਰਾਂ ਲਈ ਸਮੱਸਿਆ ਬਣ ਗਈ ਹੈ ਜਦੋਂ ਕਦੀ ਸੋਵੀਅਤ ਸੰਘ ਦਾ ਹਿੱਸਾ ਰਹੇ ਸਨ। ਰੂਸ ਅਤੇ ਯੂਕਰੇਨ ਵਿਚਾਲੇ 21ਵੇਂ ਦਿਨ ਵੀ ਜੰਗ ਜਾਰੀ ਹੈ। ਜ਼ਮੀਨ ਤੇ ਦੋਹਾਂ ਦੇ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਖਿਲਾਫ ਲਗਾਤਾਰ ਮੁਕਾਬਲਾ ਕਰ ਰਹੀਆਂ ਨੇ, ਪਰ ਇਸ ਤਣਾਅਪੂਰਨ ਮਾਹੌਲ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋ ਸਕਦਾ। ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਹੁਣ ਜ਼ੇਲੈਂਸਕੀ ਦੇ ਇਸ ਬਿਆਨ ਨੂੰ ਜੰਗ ਦੇ ਵਿਚਕਾਰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਯੁੱਧ ਦੀ ਸ਼ੁਰੂਆਤ ਤੋਂ ਹੀ ਰੂਸ ਲਗਾਤਾਰ ਕਹਿ ਰਿਹਾ ਸੀ ਕਿ ਯੂਕਰੇਨ ਕਿਸੇ ਵੀ ਕੀਮਤ ਤੇ ਨਾਟੋ ਵਿੱਚ ਸ਼ਾਮਲ ਨਹੀਂ ਹੋਏਗਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਕਈ ਮੌਕਿਆਂ ਤੇ ਚੇਤਾਵਨੀਆਂ ਜਾਰੀ ਕੀਤੀਆਂ ਸਨ। ਅਜਿਹੇ ਵਿੱਚ ਹੁਣ ਜ਼ੇਲੈਂਸਕੀ ਦਾ ਇਸ ਮੁੱਦੇ ਤੇ ਨਰਮ ਪੈਣਾ ਵੱਡਾ ਸੰਕੇਤ ਮੰਨਿਆ ਜਾ ਰਿਹਾ। ਵੈਸੇ ਰੂਸ ਨਾਲ ਪਹਿਲੀ ਵਾਰਤਾ ਦੌਰਾਨ ਵੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਇਸ ਮੁੱਦੇ ਤੇ ਆਪਣਾ ਰੁਖ ਬਦਲ ਲਿਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਨਾਟੋ ਵਿੱਚ ਸ਼ਾਮਲ ਹੋਣ ਤੇ ਜ਼ਿਆਦਾ ਜ਼ੋਰ ਨਹੀਂ ਦੇ ਰਹੇ। ਅਜਿਹੇ ਵਿੱਚ ਹੁਣ ਜਦੋਂ ਜੰਗ ਦੇ 20 ਦਿਨ ਬਾਅਦ ਉਹ ਮੁੜ ਆਪਣੇ ਦੇਸ਼ ਦੇ ਸਾਹਮਣੇ ਅਜਿਹਾ ਬਿਆਨ ਦੇ ਰਹੇ ਨੇ ਤਾਂ ਇਸ ਦੇ ਕਈ ਵੱਡੇ ਅਰਥ ਕੱਢੇ ਜਾ ਰਹੇ ਹਨ। ਜੇਕਰ ਇੱਥੇ ਰੂਸ ਯੂਕਰੇਨ ਜੰਗ ਦੀ ਗੱਲ ਕਰੀਏ ਤਾਂ ਇਹ ਪਿਛਲੇ 20 ਦਿਨਾਂ ਤੋਂ ਲਗਾਤਾਰ ਜਾਰੀ ਹੈ। ਯੂਕਰੇਨ ਨੇ ਮਜ਼ਬੂਤੀ ਨਾਲ ਆਪਣੇ ਦੇਸ਼ ਦਾ ਬਚਾਅ ਕੀਤਾ, ਪਰ ਰੂਸ ਦੇ ਹਮਲਿਆਂ ਨੇ ਕਈ ਮੌਕਿਆਂ ਤੇ ਯੂਕਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਰੂਸ ਜੰਗ ਵਿੱਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰਸ਼ੀਅਨ ਮਾਡਲ ਗ੍ਰੇਟ ਵਿਲਡਰ ਦੀ ਡੈੱਡ ਬੋਡੀ ਸੂਟਕੇਸ ਵਿੱਚ ਮਿਲੀ ਹੈ। ਵੈਲਡਰ ਪੁਤਿਨ ਖਿਲਾਫ ਪੋਸਟ ਲਿਖਣ ਤੋਂ ਬਾਅਦ ਲਾਪਤਾ ਹੋ ਗਈ ਸੀ। ਹਾਲਾਂਕਿ ਵੈਲਡਰ ਦੇ ਕਤਲ ਦੀ ਜ਼ਿੰਮੇਵਾਰੀ ਉਸਦੇ ਸਾਬਕਾ ਪ੍ਰੇਮੀ ਨੇ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟ ਮੁਤਾਬਕ 23 ਸਾਲ ਦੀ ਰੂਸੀ ਮਾਡਲ ਨੇ ਜਨਵਰੀ 2021 ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ। ਇਸ ਵਿੱਚ ਉਸਨੇ ਪੁਤਿਨ ਨੂੰ ਮਨੋਰੋਗੀ ਤੇ ਇੱਛਾਵਾਦੀ ਦੱਸਿਆ ਸੀ। ਇਸ ਤੋਂ ਬਾਅਦ ਉਹ ਗਾਇਬ ਸੀ। ਪਿਛਲੇ ਦਿਨੀ ਲਿਪੇਤਸਕ ਇਲਾਕੇ ਵਿੱਚ ਉਸਦੀ ਡੈੱਡ ਬੋਡੀ ਮਿਲੀ। ਹਾਲਾਂਕਿ ਕਤਲ ਕਦੋਂ ਤੇ ਕਿਵੇਂ ਹੋਇਆ ਜਾਂਚ ਕੀਤੀ ਜਾ ਰਹੀ ਹੈ। ਵੈਲਡਰ ਨੇ ਆਪਣੀ ਫੇਸਬੁੱਕ ਪੋਸਟ ਤੇ ਲਿਖਿਆ ਸੀ, ਪੁਤਿਨ ਵਰਗੇ ਲੋਕ ਬਚਪਨ ਤੋਂ ਹੀ ਡਰਪੋਕ ਹੁੰਦੇ ਨੇ, ਸ਼ੋਰ ਤੇ ਹਨੇਰੇ ਤੋਂ ਡਰਦੇ ਨੇ। ਰੂਸ ਨੂੰ ਅਖੰਡਤਾ ਦਾ ਜੋ ਭੂਤ ਸਵਾਰ ਹੈ ਉਸ ਦੇ ਬਦਲੇ ਉਸ ਨੂੰ ਹੰਝੂ ਮਿਲਣਗੇ। ਵੈਲਡਰ ਦੀ ਹੱਤਿਆ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸਦੇ ਸਾਬਕਾ ਪ੍ਰੇਮੀ ਦਿਮਿਤਰੀ ਕੋਰੇਵਿਨ ਨੂੰ ਗ੍ਰਿਫਤਾਰ ਕੀਤਾ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸਨੇ ਦੱਸਿਆ ਕਿ ਪੈਸੇ ਦੇ ਲੈਣ ਦੇਣ ਕਾਰਨ ਉਸਨੇ ਵੈਲਡਰ ਦਾ ਕਤਲ ਕੀਤਾ। ਕੋਰੇਵਿਨ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ ਡੈੱਡ ਬੋਡੀ ਨੂੰ ਸੂਟਕੇਸ ਵਿੱਚ ਰੱਖ ਕੇ 3 ਦਿਨ ਤੱਕ ਉਸਦੇ ਨਾਲ ਰਿਹਾ, ਫਿਰ ਕਾਰ ਵਿੱਚ ਉਸਨੂੰ ਰੱਖ ਕੇ ਲਿਪੇਤਸਕ ਵਿੱਚ ਸੁੱਟ ਦਿੱਤਾ। ਕੈਨੇਡਾ ਵਿੱਚ ਮੌਂਟਰੀਅਲ ਤੇ ਟੋਰਾਂਟੋ ਵੱਲ ਜਾਂਦੇ ਸਮੇਂ ਦੇਰ ਰਾਤ ਨੂੰ ਹਾਈਵੇ 401 ਉੱਪਰ ਖੜੀ ਵੈਨ ਦੇ ਪਿੱਛੇ ਤੇਜ਼ ਰਫ਼ਤਾਰ ਟਰੱਕ ਵੱਜਣ ਨਾਲ ਵੈਨ ਸਵਾਰ 5 ਭਾਰਤੀ ਵਿਦਿਆਰਥੀਆਂ ਦੀ ਮੌਕੇ ਤੇ ਜਾਨਾਂ ਚਲੇ ਗਈਆਂ ਸਨ ਅਤੇ 2 ਜ਼ਖਮੀ ਹੋ ਗਏ ਸੀ। ਭਾਰਤ ਦੇ ਰਾਜਦੂਤ ਅਜੇ ਵਿਸਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਰਾਜਧਾਨੀ ਓਟਾਵਾ ਤੋਂ ਭਾਰਤੀ ਦੂਤਵਾਸ ਤੇ ਟੋਰਾਂਟੋ ਤੋਂ ਕੌਂਸਲ ਖਾਨੇ ਦਾ ਅਮਲਾ ਲਗਾਤਾਰ ਸਥਿਤੀ ਉੱਪਰ ਨਜ਼ਰ ਰੱਖ ਰਿਹਾ ਹੈ।
उन्होंने कहा कि मृतकों ਦੀਆਂ ਲਾਸ਼ਾਂ ਭਾਰਤ ਭੇਜਣ ਲਈ ਪੀੜਤ ਪਰਿਵਾਰਾਂ ਦਾ ਪੂਰਾ ਸਹਿਯੋਗ ਕੀਤਾ ਜਾਏਗਾ। ਇਸ ਦੌਰਾਨ ਪਤਾ ਲੱਗਾ ਹੈ ਕਿ ਵੈਨ ਵਿੱਚ ਕੁੱਲ 8 ਵਿਦਿਆਰਥੀ ਸਵਾਰ ਸਨ ਤੇ ਟੱਕਰ ਤੋਂ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਬਾਹਰ ਨਿਕਲਿਆ ਸੀ, ਜਿਸ ਕਰਕੇ ਉਸ ਦਾ ਬਾਲ-ਬਾਲ ਬਚਾਅ ਹੋ ਗਿਆ। ਭਾਰਤ ਵਿੱਚ ਪੀੜਤ ਪਰਿਵਾਰਾਂ ਨੂੰ ਇਸ ਹਿਰਦੇ ਵੇਦਕ ਘਟਨਾ ਦਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਣਾ ਸ਼ੁਰੂ ਹੋਇਆ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਮੁੱਖ ਤੌਰ ਤੇ ਪੰਜਾਬ ਅਤੇ ਹਰਿਆਣਾ ਤੋਂ ਸਨ, ਜਿਨ੍ਹਾਂ ਵਿੱਚ ਪਵਨ ਕੁਮਾਰ ਹਰਿਆਣਾ 'ਚ ਹਿਸਾਰ ਨੇੜੇ ਪਿੰਡ ਲਿਲਾਸ ਤੋਂ ਸੀ, ਜੋ 2 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਸਦੇ ਪਿਤਾ ਦੀ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਤੇ ਪਵਨ ਆਪਣੇ 4 ਭੈਣਾਂ ਭਰਾਵਾਂ ਤੇ ਮਾਂ ਦਾ ਆਸਰਾ ਸੀ। ਪੁਲਿਸ ਅਫਸਰ ਮੈਗੀ ਪਿਕਟ ਨੇ ਦੱਸਿਆ ਕਿ ਟੱਕਰ ਤੋਂ ਪਹਿਲਾਂ ਹਾਈਵੇ 401 ਦੀ ਆਵਾਜਾਈ ਵਾਲੀ ਲਾਈਨ 'ਚ ਵੈਨ ਰੋਕੀ ਗਈ ਸੀ ਤੇ ਇੱਕ ਮੁੰਡਾ ਬਾਹਰ ਨਿਕਲਿਆ ਸੀ, ਜਿਸ ਨੂੰ ਕੋਈ ਸੱਟ ਨਹੀਂ ਲੱਗੀ। ਪਿਕਟ ਨੇ ਕਿਹਾ ਕਿ ਹਾਈਵੇ ਉੱਪਰ ਵੈਨ ਰੋਕੀ ਜਾਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਹੈ, ਪਰ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਟਰੱਕ ਦੇ ਡਰਾਈਵਰ ਸਮੇਤ ਸ਼ਾਮਲ ਧਿਰਾਂ ਨੇ ਬਿਆਨ ਲਏ ਜਾ ਰਹੇ ਨੇ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਆਖਿਆ ਹੈ ਕਿ ਟੋਰਾਂਟੋ ਵਿੱਚ ਤਾਇਨਾਤ ਭਾਰਤ ਦੇ ਅਧਿਕਾਰੀ ਹਰ ਸੰਭਵ ਮਦਦ ਕਰਨਗੇ। ਪਤਾ ਲੱਗਿਆ ਹੈ ਕਿ 3 ਮ੍ਰਿਤਕ ਅਤੇ ਇੱਕ ਜਿੰਦਾ ਬਚੇ ਵਿਦਿਆਰਥੀ ਮੌਂਟਰੀਅਲ ਸਥਿਤ ਕੈਨੇਡਾ ਕਾਲਜ ਵਿੱਚ ਪੜ੍ਹਦੇ ਸਨ। पिछले 2 हफ्तिਆਂ दौरान न्यूयॉर्क ਤੇ ਵਾਸ਼ਿੰਗਟਨ ਡੀਸੀ ਵਿੱਚ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਉਣ ਦੀਆਂ 5 ਘਟਨਾਵਾਂ ਵਾਪਰੀਆਂ। ਇਹਨਾਂ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਇੱਕ ਹੀ ਵਿਅਕਤੀ ਹੈ, ਜਿਸ ਦੀ ਪੁਲਿਸ ਵੱਲੋਂ ਵੱਡੀ ਪੱਧਰ ਤੇ ਭਾਲ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਪੁਲਿਸ ਅਧਿਕਾਰੀਆਂ ਨੇ ਕੀਤਾ। ਨਿਊਯਾਰਕ ਪੁਲਿਸ ਵਿਭਾਗ ਤੇ ਵਾਸ਼ਿੰਗਟਨ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੇਘਰਿਆਂ ਉੱਪਰ ਗੋਲੀ ਚਲਾਉਣ ਦੀਆਂ ਘਟਨਾਵਾਂ 3 ਮਾਰਚ ਤੋਂ 12 ਮਾਰਚ ਦਰਮਿਆਨ ਵਾਪਰੀਆਂ, ਜਿਨ੍ਹਾਂ 'ਚ 2 ਵਿਅਕਤੀਆਂ ਦੀ ਮੌਤ ਹੋਈ। ਗੋਲੀ ਚੱਲਣ ਦੀ ਹਰ ਇੱਕ ਘਟਨਾ ਅੱਧੀ ਰਾਤ ਨੂੰ ਵਾਪਰੀ, ਜਿਸ ਵਿੱਚ ਸੁੱਤੇ ਪਏ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਬਿਆਨ ਅਨੁਸਾਰ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਗੋਲੀ ਚੱਲਣ ਦੀਆਂ 3 ਘਟਨਾਵਾਂ ਵਾਪਰੀਆਂ ਤੇ ਇਸ ਉਪਰੰਤ ਇਸ ਹਫ਼ਤੇ ਨਿਊਯਾਰਕ ਵਿੱਚ ਗੋਲੀ ਚੱਲਣ ਦੀਆਂ 2 ਘਟਨਾਵਾਂ ਵਾਪਰੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰੇਕ ਹਮਲੇ 'ਚ ਹਾਲਾਤ ਇੱਕੋ ਜਿਹੇ ਨੇ ਤੇ ਹਮਲਾ ਕਰਨ ਦਾ ਢੰਗ ਤਰੀਕਾ ਵੀ ਇੱਕੋ ਜਿਹਾ ਹੀ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਹੋਰ ਵੇਰਵਾ ਜਾਰੀ ਨਹੀਂ ਕੀਤਾ। ਏਜੰਸੀਆਂ ਦੋਸ਼ੀ ਦੀ ਗ੍ਰਿਫਤਾਰੀ ਲਈ ਅਲਕੋਹਲ, ਤੰਬਾਕੂ, ਅਗਨ ਸ਼ਸਤਰ ਤੇ ਧਮਾਕੇ ਖੇਸ ਸਮੱਗਰੀ ਬਿਊਰੋ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤੇ ਸ਼ੱਕੀ ਦੋਸ਼ੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ $55,000 ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਨਿਊਯਾਰਕ ਤੇ ਵਾਸ਼ਿੰਗਟਨ ਡੀਸੀ ਦੇ ਮੇਅਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੇਗੁਨਾਹਾਂ ਦੀ ਜਾਨ ਲੈਣ ਵਾਲਾ ਹਥਿਆਰਾ ਅਜੇ ਵੀ ਖੁੱਲਾ ਫਿਰ ਰਿਹਾ। ਏਜੰਸੀਆਂ ਨੇ ਸ਼ੱਕੀ ਹਮਲਾਵਰ ਦੀ ਨਵੀਂ ਵੀਡੀਓ ਤਸਵੀਰ ਵੀ ਜਾਰੀ ਕੀਤੀਆਂ ਨੇ ਤੇ ਲੋਕਾਂ ਨੂੰ ਸ਼ੱਕੀ ਦੀ ਭਾਲ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਨਾਮਵਰ ਤੇ 73 ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ, ਜਿਸ ਨੂੰ ਦੁਨੀਆ ਭਰ ਦੇ ਕਬੱਡੀ ਪ੍ਰੇਮੀ ਗਲਾਈਡਰ ਦੇ ਨਾਮ ਨਾਲ ਵੀ ਸੰਬੋਧਨ ਕਰਦੇ ਸਨ, ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੇ ਅਮਰੀਕਾ 'ਚ ਵੀ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਿਸ ਸ਼ਾਹਕੋਟ ਲਾਇਨਜ਼ ਦੇ ਬੇ ਏਰੀਆ ਸਪੋਰਟਸ ਕਲੱਬ ਲਈ ਸੰਦੀਪ ਖੇਡਦਾ ਸੀ, ਉਸਦੇ ਮੁੱਖ ਸੰਚਾਲਕ ਤੇ ਸਪਾਂਸਰ ਕੈਲੀਫੋਰਨੀਆ ਬਸਤੇ ਸੰਧੂ ਭਰਾ ਨੇ। ਉਹਨਾਂ ਨੇ ਦੱਸਿਆ ਹੈ ਕਿ ਬਲਜੀਤ ਸਿੰਘ ਸੰਧੂ ਨੇ ਭਰੇ ਮਨ ਨਾਲ ਕਿਹਾ ਕਿ ਸੰਦੀਪ ਵੱਡਾ ਖਿਡਾਰੀ ਹੋਣ ਦੇ ਨਾਲ-ਨਾਲ ਸਾਡੇ ਕਲੱਬਾਂ ਦੀ ਰੀੜ੍ਹ ਦੀ ਹੱਡੀ ਸੀ ਤੇ ਉਹ ਮੇਰਾ ਪੁੱਤ ਵੀ ਸੀ। ਪਿਛਲੇ 15 ਸਾਲਾਂ ਤੋਂ ਮੈਂ ਉਸਨੂੰ ਵਾਪ ਵਾਂਗ ਪਿਆਰ ਦਿੱਤਾ। ਉਹਨਾਂ ਅੱਜ ਦੇ ਦਿਨ ਨੂੰ ਕਬੱਡੀ ਜਗਤ ਲਈ ਕਾਲਾ ਦਿਨ ਕਿਹਾ ਤੇ ਇਸ ਮਾਂ ਖੇਡ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹਨਾਂ ਨੇ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਯੂਨਾਈਟਿਡ ਸਪੋਰਟਸ ਕਲੱਬ ਦੇ ਮੁੱਖ ਸੰਚਾਲਕ ਸਰਦਾਰ ਅਮੋਲਕ ਸਿੰਘ ਗਾਖਲ ਨੇ ਸੰਦੀਪ ਦੇ ਕਾਤਲਾਂ ਨੂੰ ਜਲਦੀ ਫਾਹੇ ਟੰਗਣ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ ਤੇ ਸਿਵਾ ਨਾਮੀ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ, ਸੁਰਿੰਦਰ ਸਿੰਘ ਅਟਵਾਲ ਆਦਿ ਨੇ ਸੰਦੀਪ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਉਸਦੇ ਪਰਿਵਾਰ ਤੇ ਬੱਚਿਆਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਕੁਝ ਸ਼ਰਾਰਤੀ ਅਨਸਰ ਜਾਲੀ ਰੈਵਨਿਊ ਕੈਨੇਡਾ ਵਾਲੇ ਬਣ ਕੇ ਲੋਕਾਂ ਨੂੰ ਡਰਾ ਕੇ ਡਾਲਰ ਬਟੋਰਨ ਦੇ ਪਿੱਛੇ ਲੱਗੇ ਹੋਏ ਨੇ। ਅੱਜਕੱਲ ਟੈਕਸ ਰਿਟਰਨ ਭਰਨ ਦਾ ਬੋਲਬਾਲਾ ਹੋਣ ਕਰਕੇ ਆਮ ਲੋਕ ਆਪਣਾ ਟੈਕਸ ਭਰਨ ਵਿੱਚ ਕਾਫੀ ਸਰਗਰਮ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾ ਪੰਜਾਬੀ ਭਾਈਚਾਰੇ ਦੇ ਲੋਕ ਉਹਨਾਂ ਦਾ ਨਿਸ਼ਾਨਾ ਬਣ ਰਹੇ ਨੇ, ਕਿਉਂਕਿ ਸ਼ਰਾਰਤੀ ਅਨਸਰ ਲੋਕਾਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਟੈਕਸ ਨਹੀਂ ਭਰਿਆ ਜਾਂ ਤੁਸੀਂ ਰਿਟਰਨ ਭਰੀ ਹੈ ਤਾਂ ਬਣਦਾ ਟੈਕਸ ਨਹੀਂ ਜਮ੍ਹਾਂ ਕਰਵਾਇਆ। ਬਜ਼ੁਰਗ ਵਿਅਕਤੀ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਗੱਲ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਫੋਨ ਟ੍ਰਾਂਸਫਰ ਕਰਦਾ ਹਾਂ, ਤੁਹਾਡੀ ਪੰਜਾਬੀ ਜਾਂ ਹਿੰਦੀ ਵਿੱਚ ਗੱਲ ਕਰਵਾਉਂਦਾ ਹਾਂ। ਭੋਲੇ ਭਾਲੇ ਲੋਕ ਇੰਨਾ ਡਰ ਜਾਂਦੇ ਨੇ ਕਿ ਉਹਨਾਂ ਨੂੰ ਜਾਲੀ ਰੈਵਨਿਊ ਕੈਨੇਡਾ ਬਣੇ ਲੋਕ ਕਹਿੰਦੇ ਨੇ ਕਿ ਹੁਣੇ ਜਾਓ ਪ੍ਰੀਪੇਡ ਵੀਜ਼ਾ ਕਾਰਡ ਲਓ ਤਾਂ ਸਾਨੂੰ ਨੰਬਰ ਲਿਖਵਾਓ, ਪਰ ਤੁਸੀਂ ਫੋਨ ਨਹੀਂ ਕੱਟਣਾ। ਜੇਕਰ ਤੁਸੀਂ ਫੋਨ ਕੱਟ ਦਿੱਤਾ ਤਾਂ ਤੁਹਾਡਾ PR ਕਾਰਡ, ਸੋਸ਼ਲ ਇੰਸ਼ੋਰੈਂਸ ਕਾਰਡ ਵੀ
ਰੱਦ ਕੀਤਾ ਜਾ ਸਕਦਾ ਹੈ। ਉਹ ਲੋਕ ਰਕਮ $1500 ਤੋਂ ਲੈ ਕੇ $3200 ਤੱਕ ਦੀ ਮੰਗ ਕਰਦੇ ਨੇ। ਇੱਕ ਬਜ਼ੁਰਗ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਮੈਂ ਭਾਰਤ ਜਾਣ ਦੀ ਟਿਕਟ ਕਰਵਾਈ ਸੀ ਤਾਂ ਮੈਨੂੰ ਰੈਵਨਿਊ ਕੈਨੇਡਾ ਵਾਲਿਆਂ ਦਾ ਫੋਨ ਆ ਗਿਆ। ਮੈਂ ਬਹੁਤ ਡਰ ਗਿਆ, ਪਰ ਮੈਨੂੰ ਮੇਰੇ ਟੈਕਸ ਰਿਟਰਨ ਭਰਨ ਵਾਲੇ ਨੇ ਦੱਸਿਆ ਕਿ ਤੁਸੀਂ ਜਾਓ ਇੰਡੀਆ ਨੂੰ। ਇਹ ਕੁਝ ਸ਼ਰਾਰਤੀ ਨੇ ਜੋ ਸਾਡੇ ਭਾਈਚਾਰੇ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਨੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਰੂਸੀ ਹਮਲਿਆਂ ਦੇ ਪਿੱਛੇ ਯੂਕਰੇਨ ਵਿੱਚ ਫੈਲੀ ਦਹਿਸ਼ਤ ਨੂੰ ਰੋਕਣ ਲਈ ਕੂਟਨੀਤੀ ਤੇ ਸ਼ਾਂਤੀ ਦੇ ਰਾਹ ਚੱਲਣ ਦਾ ਸਮਾਂ ਆਖਿਆ। ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਮੁੱਖ ਦਫ਼ਤਰ ਤੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਗੁਟਰੇਸ ਨੇ ਅੱਗੇ ਕਿਹਾ ਕਿ ਯੂਕਰੇਨ ਤੇ ਜ਼ੈਪੋਰੀਜ਼ੀਆ ਪਰਮਾਣੂ ਪਲਾਂਟ ਤੇ ਅੱਗ ਲੱਗਣ ਤੋਂ ਪਿੱਛੋਂ ਪਰਮਾਣੂ ਸਹੂਲਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਪਏਗੀ। ਉਹਨਾਂ ਵਿਸ਼ਵਾਸ ਨਾਲ ਕਿਹਾ ਕਿ ਪਰਮਾਣੂ ਯੁੱਧ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਭਾਵੇਂ ਕਿ ਰੂਸ ਤੇ ਅਮਰੀਕਾ ਕੋਲ ਪਰਮਾਣੂ ਹਥਿਆਰਾਂ ਦੇ ਵੱਡੇ ਭੰਡਾਰ ਨੇ, ਜਿਨ੍ਹਾਂ ਕਰਕੇ 20ਵੀਂ ਸਦੀ ਵਿੱਚ ਵਿਸ਼ਵ ਵੰਡਿਆ ਗਿਆ ਤੇ ਪੱਛਮੀ ਦੇਸ਼ਾਂ ਨੂੰ ਰੂਸ ਦੇ ਸਹਿਯੋਗੀਆਂ ਵਿਰੁੱਧ ਖੜਾ ਕੀਤਾ ਸੀ। ਗੁਟਰੇਸ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਵਿੱਚ ਮਾਨਵਤਾਵਾਦੀ ਸਹਾਇਤਾ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਆਪਣੇ ਕੇਂਦਰੀ ਐਮਰਜੈਂਸੀ ਰਿਸਪਾਂਸ ਫੰਡ ਵਿੱਚੋਂ $4 ਕਰੋੜ ਜਲਦੀ ਭੇਜ ਰਿਹਾ। ਇਹ ਸਹਾਇਤਾ ਦੇਸ਼ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਲਈ ਵਰਤੀ ਜਾ ਸਕੇਗੀ। ਕੱਲ ਨੈਸ਼ਨਲ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਕਾਰਨ 5 ਸੂਬਿਆਂ ਦੇ ਪਾਰਟੀ ਪ੍ਰਧਾਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਇਸ ਦੇ ਚੱਲਦੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਾਂਗਰਸ ਦੇ ਫਾਇਰ ਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ 8 ਮਹੀਨੇ ਤੱਕ ਵੀ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕੇ। ਮੰਨਿਆ ਜਾ ਰਿਹਾ ਕਿ ਸੋਨੀਆ ਨੂੰ ਪੰਜਾਬ ਵਿੱਚ ਸਿੱਧੂ ਮਾਡਲ ਰਾਸ ਨਹੀਂ ਆਇਆ। ਭਾਵੇਂ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫਾ ਮੰਗ ਲਿਆ, ਪਰ ਸਿੱਧੂ ਨੇ ਹਾਰ ਤੋਂ ਬਾਅਦ ਅਸਤੀਫਾ ਦੇਣ ਤੋਂ ਮਨਾ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਚੋਣ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਲੜੀ ਗਈ ਸੀ, ਇਸ ਲਈ ਉਹ ਅਸਤੀਫਾ ਨਹੀਂ ਦੇਣਗੇ। ਕਾਂਗਰਸ ਨੇ ਮੰਗਲਵਾਰ ਤੋਂ ਹੀ ਹਾਰ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ ਸੀ। ਇਸ ਦੇ ਲਈ ਮਾਲਵਾ ਜ਼ੋਨ ਦੀ ਮੀਟਿੰਗ ਹੋ ਚੁੱਕੀ ਹੈ। ਇਸ ਵਿੱਚ ਜ਼ਿਆਦਾਤਰ ਆਗੂਆਂ ਨੇ ਸਿੱਧੂ, ਚੰਨੀ ਤੇ ਜਾਖੜ ਸਿਰ ਹਾਰ ਦਾ ਠੀਕਰਾ ਪੰਨਿਆ। ਸਿੱਧੂ ਦੇ ਅਸਤੀਫੇ ਤੋਂ ਬਾਅਦ ਪਾਰਟੀ ਵਿੱਚ ਸੂਬਾ ਪ੍ਰਧਾਨ ਦੀ ਕਮਾਨ ਕਿਸੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ। 2021 ਚ ਕਾਂਗਰਸ ਨੇ ਐਸਸੀ ਤੇ ਜੱਟ ਸਿੱਖਾਂ ਦਾ ਪੱਤਾ ਖੇਡਿਆ ਸੀ। ਇਹ ਤਜਰਬਾ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ, ਕਿਉਂਕਿ ਐਸਸੀ ਮੁੱਖ ਮੰਤਰੀ ਤੇ ਜੱਟ ਸਿੱਖ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਕਾਂਗਰਸ ਨੂੰ ਨਾ ਤਾਂ ਆਸ ਮੁਤਾਬਕ ਜੱਟ ਸਿੱਖ ਵੋਟ ਮਿਲੀ ਤੇ ਨਾ ਹੀ ਐਸਸੀ ਦੀ। ਉਲਟਾ ਹਿੰਦੂ ਵੋਟਰ ਵੀ ਕਾਂਗਰਸ ਦੇ ਹੱਥੋਂ ਚੰਦ ਰਹੇ। 2017 77 ਸੀਟਾਂ ਜਿੱਤਣ ਵਾਲੀ ਕਾਂਗਰਸ 2022 ਚ 18 ਸੀਟਾਂ ਤੇ ਸਿਮਟ ਗਈ। ਮਿਸ ਵਰਲਡ 2021 ਬੁੱਧਵਾਰ ਨੂੰ ਸੈਨ ਜੁਆਨ ਪੋਰਟੋ ਰੀਕੋ ਵਿੱਚ ਹੋਣ ਜਾ ਰਹੀ ਹੈ। ਇੱਕ ਵਾਰ ਫਿਰ ਇਸ ਸੁੰਦਰਤਾ ਮੁਕਾਬਲੇ ਨੇ ਲੁਧਿਆਣਾ ਦੇ ਸ੍ਰੀ ਸੈਣੀ ਤੋਂ ਉਮੀਦਾਂ ਚੁਕਾਈਆਂ ਨੇ। ਭਾਰਤੀ ਮੂਲ ਦੇ ਸ੍ਰੀ ਸੈਣੀ ਮਿਸ ਵਰਲਡ 2021 ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਮਿਸ ਵਰਲਡ 2021 ਦਾ ਆਯੋਜਨ ਪਿਛਲੇ ਸਾਲ 17 ਦਸੰਬਰ ਨੂੰ ਹੋਣਾ ਸੀ, ਪਰ ਕੋਵਿਡ-19 ਕਾਰਨ ਇਸ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਕਈ ਪ੍ਰਤੀਯੋਗੀਆਂ ਨੂੰ ਫਾਈਨਲ ਦੌਰਾਨ ਕਰੋਨਾ ਹੋ ਗਿਆ ਸੀ, ਜਿਸ ਕਾਰਨ ਸ਼ੋਅ ਨੂੰ 3 ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਮਾਰਚ 2022 ਵਿੱਚ ਕੀਤਾ ਗਿਆ ਸੀ। ਅੱਜ 16 ਮਾਰਚ ਹੈ, ਇਸ ਲਈ ਇੱਕ ਵਾਰ ਫਿਰ ਲੁਧਿਆਣਾ ਦੇ ਸ੍ਰੀ ਸੈਣੀ ਤੋਂ ਉਮੀਦਾਂ ਬਚ ਗਈਆਂ ਨੇ। ਜਦੋਂ ਸ੍ਰੀ ਸੈਣੀ 5 ਸਾਲ ਦੇ ਸਨ, ਉਹ ਪਿਤਾ ਸੰਜੀਵ ਸੈਣੀ ਤੇ ਮਾਤਾ ਏਕਤਾ ਸੈਣੀ ਦੇ ਨਾਲ ਵਾਸ਼ਿੰਗਟਨ ਅਮਰੀਕਾ ਵਿੱਚ ਰਹਿਣ ਲੱਗੇ। ਇਸ ਦੌਰਾਨ ਪੜ੍ਹਾਈ ਦੇ ਨਾਲ-ਨਾਲ ਸ੍ਰੀ ਸੈਣੀ ਨੇ ਸੁੰਦਰਤਾ ਮੁਕਾਬਲਿਆਂ ਵਿੱਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਮਿਸ ਇੰਡੀਆ USA 2017 ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ। ਇਸ ਤਾਂ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।